ਅੱਜ ਆਓ ਅਸੀਂ ਯਾਤਰੀ ਅਤੇ ਭਟਕਣ ਵਾਲਾ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਲੋਕ ਕਹਿੰਦੇ ਹਨ ਕਿ ਸਾਡਾ ਜੀਵਨ ਇੱਕ ਯਾਤਰੀ ਵਰਗਾ ਹੈ। ਫਿਰ ਕੀ ਇੱਕ ਯਾਤਰੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਸ ਕੋਲ ਇੱਕ ਆਪਣੇ ਦੇਸ਼ ਵਰਗੀ ਮੰਜ਼ਿਲ ਹੈ? ਹਾਲਾਂਕਿ ਇਸ ਸੰਸਾਰ ਵਿੱਚ ਨਾ ਸਿਰਫ ਯਾਤਰੀ ਹਨ, ਬਲਕਿ ਵੱਡੀ ਗਿਣਤੀ ਵਿੱਚ ਭਟਕਣ ਵਾਲੇ ਵੀ ਹਨ। ਉਹਨਾਂ ਕੋਲ ਸਵਰਗ ਦਾ ਵਾਅਦਾ ਨਹੀਂ ਹੈ ਅਤੇ ਨਾ ਹੀ ਉਹ ਜੀਵਨ ਦਾ ਮਕਸਦ ਜਾਣਦੇ ਹਨ। ਨਤੀਜੇ ਵਜੋਂ ਉਹ ਜੀਵਨ ਦੇ ਅਰਥ ਤੋਂ ਅਣਜਾਣ ਹੋ ਕੇ ਆਪਣਾ ਸਮਾਂ ਬਰਬਾਦ ਕਰ ਰਹੇ ਹਨ। ਸਾਡਾ ਜੀਵਨ ਅਸਥਾਈ ਹੈ। ਅਜਿਹਾ ਲੱਗਦਾ ਹੈ 10 ਜਾਂ 20 ਸਾਲ ਤੇਜ਼ੀ ਨਾਲ ਬੀਤ ਗਏ। ਸਭ ਕੁਝ ਰੋਸ਼ਨੀ ਦੀ ਝਲਕ ਵਾਂਗ ਲੰਘ ਜਾਂਦਾ ਹੈ। ਕੀ ਤੁਸੀਂ ਸਹਿਮਤ ਨਹੀਂ ਹੋ? ਇਸ ਦੇ ਸੰਬੰਧ ਵਿੱਚ ਇਬਰਾਨੀਆਂ ਅਧਿਆਇ 11 ਵਿੱਚ ਲਿਖਿਆ ਹੈ ਕਿ ਸਾਡੇ ਵਿਸ਼ਵਾਸ ਦੇ ਪੂਰਵਜ ਧਰਤੀ ਉੱਤੇ ਯਾਤਰੀਆਂ ਦੇ ਰੂਪ ਵਿੱਚ ਰਹਿੰਦੇ ਸੀ। ਕਿਉਂਕਿ ਉਹਨਾਂ ਦੇ ਮਨ ਵਿੱਚ ਹਮੇਸ਼ਾ ਸਵਰਗ ਦਾ ਰਾਜ ਸੀ, ਇਸ ਲਈ ਉਹਨਾਂ ਨੇ ਆਪਣਾ ਵਰਣਨ ਯਾਤਰੀ ਦੇ ਰੂਪ ਵਿੱਚ ਕੀਤਾ। ਜਿਨ੍ਹਾਂ ਲੋਕਾਂ ਕੋਲ ਵਿਸ਼ਵਾਸ ਹੁੰਦਾ ਹੈ, ਉਹ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਫਿਰ ਵੀ ਅਜਿਹੇ ਲੋਕ ਵੀ ਹਨ ਜੋ ਸਵਰਗ ਦੇ ਰਾਜ ਬਾਰੇ ਨਹੀਂ ਸੋਚਦੇ। ਉਹਨਾਂ ਨੂੰ ਨਾ ਤਾਂ ਪਰਮੇਸ਼ਵਰ ਉੱਤੇ ਵਿਸ਼ਵਾਸ ਹੈ, ਨਾ ਹੀ ਸਵਰਗ ਦੀ ਉਮੀਦ ਹੈ। ਬਾਈਬਲ ਦੀਆਂ ਸਿੱਖਿਆਵਾਂ ਅਨੁਸਾਰ ਇਹ ਕਹਿਣਾ ਔਖਾ ਹੈ ਕਿ ਅਜਿਹੇ ਲੋਕ ਇਸ ਧਰਤੀ ਉੱਤੇ ਯਾਤਰੀ ਹਨ। ਫਿਰ ਸਾਨੂੰ ਉਹਨਾਂ ਦੇ ਜੀਵਨ ਦੀ ਤੁਲਨਾ ਕਿਸ ਨਾਲ ਕਰਨੀ ਚਾਹੀਦੀ ਹੈ? ਅਸੀਂ ਕਹਿ ਸਕਦੇ ਹਾਂ ਕਿ ਇਹ ਲੋਕ ਭਟਕਣ ਵਾਲੇ ਹਨ ਜੋ ਨਹੀਂ ਜਾਣਦੇ ਕਿ ਉਹਨਾਂ ਨੂੰ ਕਿੱਥੇ ਜਾਣਾ ਚਾਹੀਦਾ ਹੈ। ਉਹ ਬਿਨਾਂ ਕਿਸੇ ਉਦੇਸ਼ ਦੇ ਭਟਕ ਰਹੇ ਹਨ। ਇਹਨਾਂ ਭਟਕਣ ਵਾਲਿਆਂ ਨੂੰ ਜਗਾਉਣਾ ਅਤੇ ਸਹੀ ਰਸਤੇ ਤੇ ਉਹਨਾਂ ਦੀ ਅਗਵਾਈ ਕਰਨਾ ਸਾਡਾ ਮਿਸ਼ਨ ਹੈ, ਤਾਂ ਜੋ ਅਸੀਂ ਇਕੱਠੇ ਸਵਰਗ ਦੇ ਰਾਜ ਵਿੱਚ ਵਾਪਸ ਜਾ ਸਕੀਏ। ਕੀ ਸਾਨੂੰ ਅਜਿਹੇ ਕਾਰਨਾਂ ਲਈ ਪਹਿਲਾਂ ਸੱਚਾਈ ਵਿੱਚ ਨਹੀਂ ਬੁਲਾਇਆ ਗਿਆ ਹੈ? ਸੰਯੁਕਤ ਰਾਜ ਅਮਰੀਕਾ ਦੀ ਮੇਰੀ ਪਿਛਲੀ ਯਾਤਰਾ ਦੌਰਾਨ ਮੈਂ ਕੁਝ ਦੇਖਿਆ। ਅਮਰੀਕਾ ਦੇ ਨਾਲ ਦੱਖਣੀ ਅਮਰੀਕਾ ਅਤੇ ਯੂਰਪ ਵਿੱਚ ਸ਼ਹਿਰਾਂ ਦੇ ਅੰਦਰ ਬਹੁਤ ਸਾਰੇ ਕਬਰਿਸਤਾਨ ਸੀ ਜੋ ਕੋਰੀਆ ਵਿੱਚ ਕਾਫੀ ਅਸਾਧਾਰਨ ਹਨ। ਮੈਂ ਹੈਰਾਨ ਸੀ। ਜਦੋਂ ਮੈਂ ਕਈ ਕਬਰਾਂ ਨੂੰ ਦੇਖਿਆ ਤਾਂ ਮੈਂ ਮੇਰੇ ਨਾਲ ਆਏ ਪੁਰੋਹਿਤ ਨੂੰ ਪੁੱਛਿਆ, ਇਹ ਕਿਹੜੀ ਜਗ੍ਹਾ ਹੈ? ਅਤੇ ਉਹਨਾਂ ਨੇ ਜਵਾਬ ਦਿੱਤਾ, ਇਹ ਕਬਰਾਂ ਹਨ। ਦਰਅਸਲ ਕਬਰਾਂ ਸ਼ਹਿਰ ਦੇ ਵਿਚਕਾਰ ਸੀ। ਜਿਵੇਂ ਹੀ ਮੈਂ ਉਹਨਾਂ ਵੱਲ ਦੇਖਿਆ, ਮੈਂ ਸੋਚਿਆ ਆਖਰਕਾਰ ਸਾਰੇ ਮਨੁੱਖ ਅੰਤ ਵਿੱਚ ਉਹਨਾਂ ਦੇ ਅੰਦਰ ਹੋਣਗੇ। ਲੋਕ ਭਾਵੇਂ ਕਿੰਨੇ ਵੀ ਤਾਕਤਵਰ ਅਤੇ ਅਮੀਰ ਕਿਉਂ ਨਾ ਹੋਣ, ਉਹ ਅੰਤ ਵਿੱਚ ਮੁੱਠੀ ਭਰ ਮਿੱਟੀ ਬਣ ਜਾਣਗੇ। ਸ਼ਾਇਦ ਇਸੇ ਕਾਰਨ ਕਬਰਾਂ ਨੂੰ ਸ਼ਹਿਰ ਵਿਚਕਾਰ ਬਣਾਇਆ ਗਿਆ ਸੀ, ਤਾਂ ਜੋ ਮਨੁੱਖੀ ਜੀਵਨ ਦੀ ਪ੍ਰਕਿਰਤੀ ਬਾਰੇ ਲੋਕਾਂ ਨੂੰ ਲਗਾਤਾਰ ਯਾਦ ਦਿਲਾ ਸਕੇ। ਮੈਂ ਅਸਲੀ ਇਰਾਦੇ ਨੂੰ ਨਹੀਂ ਦੇਖਿਆ, ਪਰ ਇਹ ਵਿਚਾਰ ਮੇਰੇ ਦਿਮਾਗ ਵਿੱਚ ਆਇਆ। ਜਦੋਂ ਅਸੀਂ ਇਸ ਮਾਮਲੇ ਤੇ ਵਿਚਾਰ ਕਰਦੇ ਹਾਂ, ਤਾਂ ਅਸੀਂ ਧਨੀ ਮਨੁੱਖ ਅਤੇ ਲਾਜ਼ਰ ਬਾਰੇ ਯਿਸੂ ਦੀ ਸਿੱਖਿਆ ਬਾਰੇ ਸੋਚਦੇ ਹਾਂ। ਧਨੀ ਮਨੁੱਖ ਅਤੇ ਲਾਜ਼ਰ ਦੇ ਦ੍ਰਿਸ਼ਟਾਂਤ ਵਿੱਚ ਇੱਕ ਧਨੀ ਮਨੁੱਖ ਸੀ ਜਿਸ ਨੇ ਇਸ ਧਰਤੀ ਉੱਤੇ ਆਪਣੇ ਜੀਵਨ ਦਾ ਆਨੰਦ ਮਾਣਿਆ ਸੀ। ਜਦੋਂ ਉਹ ਆਨੰਦ ਮਾਣ ਰਿਹਾ ਸੀ, ਉਹ ਬੁੱਢਾ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਲਾਜ਼ਰ ਇੱਕ ਭਿਖਾਰੀ ਵੀ ਬੁੱਢਾ ਹੋ ਗਿਆ ਅਤੇ ਮਰ ਗਿਆ। ਹਾਲਾਂਕਿ ਉਹ ਦੋਨੋਂ ਵੱਖਰੀ ਜਗ੍ਹਾ ਤੇ ਚਲੇ ਗਏ।
ਉਦੋਂ ਤੋਂ ਉਹਨਾਂ ਨੇ ਖੋਜ ਕੀਤੀ ਕਿ ਮੌਤ ਹਰ ਚੀਜ਼ ਦਾ ਸਿੱਟਾ ਨਹੀਂ ਸੀ, ਸਗੋਂ ਇੱਕ ਨਵੇਂ ਅਧਿਆਇ ਦਾ ਸ਼ੁਰੂਆਤੀ ਬਿੰਦੂ ਸੀ। 새로운 어떤 시작점이었다는 사실들을 두 사람 모두가 다 발견하게 되죠. ਲਾਜ਼ਰ ਨੇ ਨਵੀਂ ਦੁਨੀਆ ਵਿੱਚ ਪ੍ਰਵੇਸ਼ ਕੀਤਾ ਜਿਸ ਨੂੰ ਸਵਰਗ ਦਾ ਰਾਜ ਕਿਹਾ ਜਾਂਦਾ ਹੈ, 맞이하게 되고 ਅਤੇ ਅਮੀਰ ਆਦਮੀ ਨੇ ਨਰਕ ਨਾਂ ਦੀ ਨਵੀਂ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਜਦੋਂ ਇਸ ਧਰਤੀ ਤੇ ਸਾਡੀ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ ਤਾਂ ਸਦੀਪਕ ਦੁਨੀਆ ਆ ਜਾਂਦੀ ਹੈ। 영원한 세계입니다. ਦੋ ਕਿਸਮਾਂ ਦੇ ਜੀਵਨ ਉਹਨਾਂ ਦੀ ਉਡੀਕ ਕਰ ਰਹੇ ਸੀ, ਸਦੀਪਕ ਖੁਸ਼ੀ ਦਾ ਸੰਸਾਰ ਅਤੇ ਸਦੀਪਕ ਦੁੱਖਾਂ ਦਾ ਸੰਸਾਰ। 고통의 세계로 두 삶이 그들을 기다리고 있었습니다. ਭਾਵੇਂ ਲਾਜ਼ਰ ਨੇ ਇਸ ਧਰਤੀ ਉੱਤੇ ਇੱਕ ਗਰੀਬ ਅਤੇ ਦੁਖੀ ਜੀਵਨ ਬਤੀਤ ਕੀਤਾ, ਪਰ ਉਹ ਸਵਰਗ ਦੇ ਰਾਜ ਵਿੱਚ ਗਿਆ। 그가 천국에 ਉਸਨੇ ਹਮੇਸ਼ਾ ਆਪਣੀ ਆਸ ਸਵਰਗ ਦੇ ਰਾਜ ਵਿੱਚ ਰੱਖੀ। 그의 삶은 소망은 언제나 천국에 있었습니다. ਕਿਉਂਕਿ ਉਸ ਕੋਲ ਸਵਰਗ ਦੀ ਉਮੀਦ ਸੀ, ਇਸ ਲਈ ਉਸਨੇ ਇੱਕ ਯਾਤਰੀ ਦੇ ਰੂਪ ਵਿੱਚ ਆਪਣਾ ਜੀਵਨ ਬਤੀਤ ਕੀਤਾ। 나그네답게 ਉਸ ਦਾ ਮੰਨਣਾ ਸੀ ਕਿ ਜਦੋਂ ਉਹ ਆਪਣੇ ਸੱਚੇ ਘਰ ਵਾਪਸ ਆਵੇਗਾ ਤਾਂ ਇੱਕ ਬਿਹਤਰ ਸੰਸਾਰ ਵਿੱਚ ਇੱਕ ਬਿਹਤਰ ਜੀਵਨ ਉਸ ਦੇ ਸਾਹਮਣੇ ਪ੍ਰਗਟ ਹੋਵੇਗਾ। 다른 어떤 생활이 내게 주어질 것이라는 것을 굳게 믿는 어떤 ਦੂਜੇ 믿음 ਪਾਸੇ 속에 ਅਮੀਰ ਆਦਮੀ 그의 ਇਸ ਤਰ੍ਹਾਂ 삶을 ਨਹੀਂ ਜਿਉਂਦਾ ਸੀ। 부자는 그렇지 않습니다. ਉਸ ਕੋਲ ਕੋਈ ਮੰਜ਼ਿਲ ਨਹੀਂ ਸੀ। 목표가 없었죠. 목적지도 없고. ਉਹ ਬਸ ਆਪਣੇ ਦਿਨ ਪ੍ਰਤੀਦਿਨ ਦੇ ਜੀਵਨ ਦਾ ਆਨੰਦ ਲੈਂਦਾ ਸੀ, ਆਪਣੇ ਪੈਸੇ ਨੂੰ ਬੇਸ਼ੁਮਾਰ ਖਰਚ ਕਰਦਾ ਸੀ ਅਤੇ ਦੂਜਿਆਂ ਤੇ ਸ਼ਕਤੀ ਜਿਤਾਉਂਦਾ ਸੀ। ਕਿਉਂਕਿ ਉਸਨੇ ਇਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ ਤਾਂ ਬਾਅਦ ਵਿੱਚ ਜਦੋਂ ਉਹ ਬੁੱਢਾ ਹੋ ਗਿਆ, ਉਹ ਬਿਮਾਰ ਹੋ ਗਿਆ ਅਤੇ ਅੰਤ ਵਿੱਚ ਮਰ ਗਿਆ। ਪਰ ਇੱਕ ਘਟਨਾ ਹੋਈ। 결국 이제 이 땅에서 죽음이라는 것을 맞이해서 ਉਸਨੇ ਸੋਚਿਆ ਸੀ ਕਿ ਮੌਤ ਹਰ ਚੀਜ਼ ਦਾ ਅੰਤ ਹੋਵੇਗੀ, ਪਰ ਇੱਕ ਸਦੀਪਕ ਸੰਸਾਰ ਉਸ ਦੀ ਉਡੀਕ ਕਰ ਰਿਹਾ ਸੀ। 세계가 그를 기다리고 있었습니다. ਕਿੰਨਾ ਚੰਗਾ ਹੁੰਦਾ ਜੇ ਇੱਕ ਚੰਗੀ ਦੁਨੀਆ ਉਸ ਦੀ ਉਡੀਕ ਕਰ ਰਹੀ ਹੁੰਦੀ। 그러나 ਹਾਲਾਂਕਿ ਜੋ ਉਸ ਲਈ ਉਡੀਕ ਕਰ ਰਿਹਾ ਸੀ ਉਹ ਇੱਕ ਦੁਖੀ ਸੰਸਾਰ ਸੀ। ਉਹ ਇੰਨੀ ਬੁਰੀ ਤਰ੍ਹਾਂ ਦੁਖੀ ਹੋਇਆ ਕਿ ਉਸਨੇ ਪਰਮੇਸ਼ਵਰ ਨੂੰ ਕਿਹਾ, ਕਿਰਪਾ ਕਰਕੇ ਇੱਕ ਉਂਗਲੀ ਦੀ ਨੋਕ ਨੂੰ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਨੂੰ ਠੰਡਾ ਕਰੋ। 간절히 애원하고 매달릴 만큼 고통받는 그러한 세계에서 ਉਹ ਸਜ਼ਾ, ਦੁੱਖ ਅਤੇ ਤਕਲੀਫ ਤੋਂ ਨਹੀਂ ਬਚ ਸਕਿਆ। 아픔에서 벗어나지 못하는 그러한 어떤 ਜਿਵੇਂ ਕਿ ਅਸੀਂ ਅੱਜ ਇਸ ਮਾਮਲੇ ਦੀ ਜਾਂਚ ਕਰਦੇ ਹਾਂ ਤਾਂ ਇਬਰਾਨੀਆਂ ਅਧਿਆਇ 11 ਦੇ ਵਚਨਾਂ ਨੂੰ ਯਾਦ ਰੱਖਣਾ ਬਹੁਤ ਮਹੱਤਵਪੂਰਨ ਹੈ ਜੋ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਧਰਤੀ ਉੱਤੇ ਯਾਤਰੀ ਹਾਂ। 말씀을 잘 오늘 기억을 하셔야 될 것입니다. ਇਸ ਸੰਸਾਰ ਵਿੱਚ ਅਣਗਿਣਤ ਭਟਕਣ ਵਾਲੇ ਹਨ। 방랑자들이 있습니다. 그 ਸਾਨੂੰ ਉਹਨਾਂ ਭਟਕਣ ਵਾਲਿਆਂ ਨੂੰ ਦੱਸਣਾ ਚਾਹੀਦਾ ਹੈ, ਅਸੀਂ ਇਸ ਸੰਸਾਰ ਵਿੱਚ ਸਿਰਫ ਭਟਕਣ ਲਈ ਪੈਦਾ ਨਹੀਂ ਹੋਏ ਹਾਂ। 태어난 것이 아니고 ਅਸੀਂ ਇਸ ਧਰਤੀ ਤੇ ਯਾਤਰੀ ਹਾਂ ਅਤੇ ਜਲਦੀ ਹੀ ਅਸੀਂ ਆਪਣੇ ਸਵਰਗੀ ਘਰ ਵਾਪਸ ਜਾਵਾਂਗੇ। ਇਸ ਤਰ੍ਹਾਂ ਸਾਨੂੰ ਉਹਨਾਂ ਨੂੰ ਉਹਨਾਂ ਦੀ ਅਸਲੀ ਪਹਿਚਾਣ ਨੂੰ ਸਮਝਣ ਦੇਣਾ ਚਾਹੀਦਾ ਹੈ। ਕੀ ਕੋਈ ਹੈ ਜੋ ਨਰਕ ਵਿੱਚ ਜਾਣ ਦੇ ਟੀਚੇ ਨਾਲ ਆਪਣਾ ਜੀਵਨ ਜਿਉਂਦਾ ਹੈ? ਕੋਈ ਨਹੀਂ ਹੈ। ਇਸ ਲਈ ਕਿਉਂਕਿ ਬਹੁਤ ਸਾਰੇ ਭਟਕਣ ਵਾਲੇ ਹਨ, ਇਸ ਲਈ ਸਾਨੂੰ ਉਹਨਾਂ ਨੂੰ ਸਵਰਗ ਦੇ ਰਾਜ ਬਾਰੇ ਦੱਸਣਾ ਚਾਹੀਦਾ ਹੈ। ਸਾਨੂੰ ਉਹਨਾਂ ਨਾਲ ਆਸ ਨਾਲ ਭਰੀ ਖਬਰ ਸਾਂਝਾ ਕਰਨੀ ਚਾਹੀਦੀ ਹੈ ਕਿ ਸਦੀਪਕ ਸਵਰਗ ਦੇ ਰਾਜ ਵਿੱਚ ਵਾਪਸ ਜਾਣ ਲਈ ਸਾਨੂੰ ਕਿਹੋ ਜਿਹੇ ਕੰਮ ਕਰਨੇ ਚਾਹੀਦੇ ਹਨ। ਆਓ ਅਸੀਂ ਯੂਹੰਨਾ ਦੀ ਕਿਤਾਬ ਅਧਿਆਇ 14 ਵਿੱਚ ਲਿਖੇ ਗਏ ਪਰਮੇਸ਼ਵਰ ਦੇ ਵਚਨ ਉੱਤੇ ਇੱਕ ਨਜ਼ਰ ਪਾਈਏ। ਯੂਹੰਨਾ ਅਧਿਆਇ 14 ਵਿੱਚ ਯਿਸੂ ਕਹਿੰਦੇ ਹਨ, ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਵਰ ਉੱਤੇ ਨਿਹਚਾ ਕਰੋ ਔਰ ਮੇਰੇ ਉੱਤੇ ਵੀ ਨਿਹਚਾ ਕਰੋ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ, ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਕਿਉਂ ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। ਔਰ ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫਿਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ ਭਈ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ। ਯਿਸੂ ਨੇ ਕਿਹਾ, ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਰਹਿਣ ਦੇ ਕਮਰੇ ਹਨ। ਇਸ ਤੋਂ ਇਲਾਵਾ ਉਹ ਕਮਰੇ ਸ਼ਾਨਦਾਰ ਸੰਸਾਰ ਵਿੱਚ ਹਨ। ਕੀ ਇਹ ਦੁਨੀਆ ਸਵਰਗ ਲੋਕ ਨਹੀਂ ਹੈ ਜਿਸ ਦਾ ਮਨੁੱਖ ਜਾਤੀ ਨੇ ਸੁਪਨਾ ਦੇਖਿਆ ਹੈ? ਪਰਮੇਸ਼ਵਰ ਇਸ ਧਰਤੀ ਤੇ ਅਜਿਹੇ ਸ਼ਾਨਦਾਰ ਸੰਸਾਰ ਦਾ ਦਰਵਾਜ਼ਾ ਖੋਲ੍ਹਣ ਅਤੇ ਆਪਣੀਆਂ ਸੰਤਾਨਾਂ ਨੂੰ ਉਸ ਸੰਸਾਰ ਦਾ ਰਸਤਾ ਦੱਸਣ ਲਈ ਆਏ। ਸਵਰਗ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਰੀਆਂ ਸੱਚਾਈਆਂ ਨੂੰ ਨਿਯੁਕਤ ਕੀਤਾ ਅਤੇ ਸਾਰੀਆਂ ਸਿੱਖਿਆਵਾਂ ਨੂੰ ਸਥਾਪਿਤ ਕੀਤਾ।
ਸਾਨੂੰ ਇਸ ਸੰਸਾਰ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। 우리가 되어야 되겠습니다. ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਇਸ ਧਰਤੀ ਤੇ ਯਾਤਰੀ ਹਾਂ। 살고 있다는 것을 꼭 명심하셔야죠. ਸਾਨੂੰ ਇਸ ਤਰ੍ਹਾਂ ਨਹੀਂ ਜਿਉਣਾ ਚਾਹੀਦਾ ਜਿਵੇਂ ਇਹ ਧਰਤੀ ਸਾਡਾ ਸੱਚਾ ਘਰ ਹੈ ਜਿੱਥੇ ਅਸੀਂ ਸਦਾ ਲਈ ਰਹਾਂਗੇ। 살아서는 안 되겠습니다. ਯਾਤਰੀ ਦਾ ਕੀ ਅਰਥ ਹੈ? 어떻습니까? ਯਾਤਰੀਆਂ ਦੀ ਵਿਸ਼ੇਸ਼ਤਾ ਕੀ ਹੈ? 이 밤이 ਰਾਤ 지나면 ਖਤਮ ਹੋ ਜਾਣ ਤੋਂ ਬਾਅਦ ਉਹ ਚਲੇ ਜਾਂਦੇ ਹਨ, ਹੈ ਨਾ? 나그네 아니겠습니까? ਹਾਲਾਂਕਿ ਬੈੱਡ ਦਾ ਕੱਪੜਾ ਆਰਾਮਦਾਇਕ ਨਹੀਂ ਹੈ ਜਾਂ ਉਹਨਾਂ ਨੂੰ ਕਮਰੇ ਦਾ ਵਾਲਪੇਪਰ ਪਸੰਦ ਨਹੀਂ ਹੈ ਤਾਂ ਉਹ ਕਿਵੇਂ ਪ੍ਰਤੀਕਿਰਿਆ ਕਰਨਗੇ? 그 방의 벽지가 마음에 들지 않아도 어떻습니까? 거기에 ਉਹ ਇਸ ਬਾਰੇ ਬਹਿਸ ਨਹੀਂ ਕਰਨਗੇ। ਇਹ ਇੱਕ ਯਾਤਰੀ ਦਾ ਮਨ ਹੈ। ਸਾਡੇ ਕੋਲ ਇਹ ਉਦਾਰ ਦਿਲ ਹੋਣਾ ਚਾਹੀਦਾ ਹੈ। 우리도 이런 정도의 어떤 ਸਵਰਗ ਦੇ ਰਾਜ ਨੂੰ ਗੁਆਉਣ ਦਾ ਜੋਖਮ ਚੁੱਕ ਕੇ ਵੀ ਇਸ ਧਰਤੀ ਦੀਆਂ ਚੀਜ਼ਾਂ ਲਈ ਸੰਘਰਸ਼ ਕਰਨਾ 천국을 잃어가면서까지 ਪਰਮੇਸ਼ਵਰ ਦੀ ਸੱਚੀ ਇੱਛਾ ਨਹੀਂ ਹੋਵੇਗੀ ਜਿਨ੍ਹਾਂ ਨੇ ਸਾਨੂੰ ਆਤਮਿਕ ਸ਼ਰਨ ਨਗਰ ਵਿੱਚ ਭੇਜਿਆ ਹੈ। 참뜻이 아니라고 얘기해집니다. ਸਾਨੂੰ ਪਿਤਾ ਅਤੇ ਮਾਤਾ ਦੀ ਪਵਿੱਤਰ ਇੱਛਾ ਨੂੰ ਸਿੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਆਗਿਆਕਾਰੀਤਾ ਪ੍ਰਾਪਤ ਕਰ ਸਕੀਏ, 믿음을 가질 줄 알고 ਵਿਸ਼ਵਾਸ ਰੱਖ ਸਕੀਏ ਅਤੇ ਭਰਾਵਾਂ ਅਤੇ ਭੈਣਾਂ ਨਾਲ ਏਕਤਾ ਬਣਾ ਸਕੀਏ। ਇਸ ਤੋਂ ਇਲਾਵਾ ਸਾਨੂੰ ਆਪਣਾ ਗਲਤ ਚਰਿੱਤਰ ਬਦਲਣਾ ਚਾਹੀਦਾ ਹੈ ਤਾਂ ਜੋ ਅਸੀਂ ਪਰਮੇਸ਼ਵਰ ਦੇ ਸਮਾਨ ਬਣ ਸਕੀਏ। 하나님의 어떤 그 품성으로 ਕੀ ਸਾਨੂੰ ਅਜਿਹਾ ਜੀਵਨ ਜੀ ਕੇ ਆਪਣੇ ਸਦੀਪਕ ਸਵਰਗੀ ਘਰ ਵਾਪਸ ਨਹੀਂ ਜਾਣਾ ਚਾਹੀਦਾ? 또 배워지고 훈련되어져서 영원한 천국 고향으로 돌아가야 되지 않겠습니까? ਜਿਹੜੇ ਲੋਕ ਇਸ ਤਰ੍ਹਾਂ ਦਾ ਜੀਵਨ ਜੀਉਣ ਦੇ ਇੱਛੁਕ ਹਨ ਉਹ ਆਪਣੇ ਆਪ ਨੂੰ ਯਾਤਰੀ ਕਹਾਉਣ ਦੇ ਯੋਗ ਹਨ। 나그네 인생이라고 말할 충분한 자격이 있습니다만 ਹਾਲਾਂਕਿ ਜੋ ਇਸ ਤਰ੍ਹਾਂ ਦਾ ਜੀਵਨ ਜਿਉਣ ਵਿੱਚ ਅਸਫਲ ਰਹੇ ਹਨ ਉਹਨਾਂ ਨੂੰ ਯਾਤਰੀ ਨਹੀਂ ਪਰ ਭਟਕਣ ਵਾਲਾ ਕਿਹਾ ਜਾ ਸਕਦਾ ਹੈ। 인생이라고밖에 볼 수가 없습니다. ਹੈਰਾਨੀ ਦੀ ਗੱਲ ਹੈ ਜਦੋਂ ਅਸੀਂ ਮੱਤੀ ਅਧਿਆਇ 7 ਤੇ ਨਜ਼ਰ ਪਾਉਂਦੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਯਾਤਰੀਆਂ ਨਾਲੋਂ ਭਟਕਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ। 수는 극히 적다고 이렇게 알려주고 있습니다. ਆਓ ਅਸੀਂ ਮੱਤੀ ਦੀ ਕਿਤਾਬ ਅਧਿਆਇ 7 ਉੱਤੇ ਜਾਈਏ। ਆਓ ਮੱਤੀ ਅਧਿਆਇ 7 ਵਚਨ 13 ਦੇਖੀਏ। ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਕੀ ਹੁੰਦਾ ਹੈ? ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। 라고 했습니다. ਬਦਕਿਸਮਤੀ ਨਾਲ ਕਿਤੇ ਜ਼ਿਆਦਾ ਲੋਕ ਤਬਾਹੀ ਵੱਲ ਜਾ ਰਹੇ ਹਨ। 가는 자가 훨씬 많고 ਆਓ ਅਸੀਂ ਵਚਨ 14 ਉੱਤੇ ਇੱਕ ਨਜ਼ਰ ਪਾਈਏ। ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਵਨ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ। ਜਦੋਂ ਅਸੀਂ 8 ਅਰਬ ਦੀ ਵਿਸ਼ਵਵਿਆਪੀ ਆਬਾਦੀ ਤੇ ਵਿਚਾਰ ਕਰਦੇ ਹਾਂ ਤਾਂ ਸਾਡੀ ਸੱਚਾਈ ਦੇ ਅੰਦਰ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। 백성의 수는 너무나도 작다고밖에 볼 수가 없습니다. ਸਾਰੇ ਲੋਕੋ ਜੇਕਰ ਅਸੀਂ ਇੱਕ ਯਾਤਰੀ ਦੇ ਰਾਹ ਤੇ ਚੱਲ ਰਹੇ ਹਾਂ ਤਾਂ ਸਾਨੂੰ ਭਟਕਣ ਵਾਲਿਆਂ ਨੂੰ ਜਗਾਉਣਾ ਚਾਹੀਦਾ ਹੈ। ਸਾਨੂੰ ਭਟਕਣ ਵਾਲਿਆਂ ਨੂੰ ਜਗਾਉਣਾ ਚਾਹੀਦਾ ਹੈ ਅਤੇ ਸਵਰਗੀ ਦੇਸ਼ ਵਿੱਚ ਉਹਨਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਉੱਥੇ ਇਕੱਠੇ ਵਾਪਸ ਜਾ ਸਕੀਏ। 여러분과 제가 꼭 되셔야 되겠습니다. ਕੀ ਇਸ ਲਈ ਸਾਨੂੰ ਪ੍ਰਚਾਰ ਨਹੀਂ ਕਰਨਾ ਚਾਹੀਦਾ? 이유가 아니겠습니까? ਉਹ ਨਹੀਂ ਜਾਣਦੇ ਪਰ ਅਸੀਂ ਜਾਣਦੇ ਹਾਂ। 알고 있고 ਕਿਉਂਕਿ ਅਸੀਂ ਜਾਣਦੇ ਹਾਂ ਇਸ ਲਈ ਸਾਨੂੰ ਉਹਨਾਂ ਲੋਕਾਂ ਨੂੰ ਸਿਖਾਉਣਾ ਚਾਹੀਦਾ ਹੈ ਜੋ ਨਹੀਂ ਜਾਣਦੇ। ਕੀ ਇਹ ਪਰਮੇਸ਼ਵਰ ਦੀ ਮਰਜ਼ੀ ਨਹੀਂ ਹੈ? ਮਨੁੱਖੀ ਜੀਵਨ ਸੱਚਮੁੱਚ ਅਸਥਾਈ ਹੈ। ਇਸ ਤਰ੍ਹਾਂ ਇਸ ਨੂੰ ਅਕਸਰ ਇੱਕ ਪੱਤੇ ਤੇ ਤਰੇਲ ਦੀ ਬੂੰਦ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਆਓ ਅਸੀਂ ਇੱਕ ਪਤਰਸ ਦੀ ਕਿਤਾਬ ਅਧਿਆਇ 1 ਖੋਲੀਏ। ਸਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਇਹ ਧਰਤੀ ਸਾਡਾ ਸਦੀਪਕ ਘਰ ਹੈ। ਆਓ ਅਸੀਂ ਇੱਕ ਪਤਰਸ ਅਧਿਆਇ 1 ਵਚਨ 22 ਉੱਤੇ ਇੱਕ ਨਜ਼ਰ ਪਾਈਏ। ਤੁਸਾਂ ਜੋ ਸੱਚ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਪਰਪਣ ਦੇ ਨਿਸ਼ਕਪਟ ਪ੍ਰੇਮ ਲਈ ਪਵਿੱਤਰ ਕੀਤਾ ਹੈ ਤਾਂ ਤਨੋ ਮਨੋ ਹੋ ਕੇ ਇੱਕ ਦੂਏ ਨਾਲ ਗੂੜਾ ਪ੍ਰੇਮ ਰੱਖੋ। 마음으로 뜨겁게 피차에 사랑하라. ਕਿਉਂ ਜੋ ਤੁਸੀਂ ਨਾਸਵਾਨ ਤੁਖਮ ਤੋਂ ਨਹੀਂ ਸਗੋਂ ਅਵਨਾਸੀ ਤੋਂ ਪਰਮੇਸ਼ਵਰ ਦੇ ਬਚਨ ਦੇ ਰਾਹੀਂ ਜਿਹੜਾ ਜਿਉਂਦਾ ਅਤੇ ਸਥਿਰ ਹੈ ਨਵੇਂ ਸਿਰਿਓਂ ਜਨਮੇ ਹੋ। 항상 있는 말씀으로 되었나니라. ਕਿਉਂਕਿ ਹਰ ਬਸ਼ਰ ਘਾਹ ਹੀ ਹੈ ਉਹਦਾ ਸਾਰਾ ਤੇਜ ਘਾਹ ਦੇ ਫੁੱਲ ਵਰਗਾ ਹੈ। 모든 영광이 풀에 ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ ਪਰ ਪ੍ਰਭ ਦਾ ਬਚਨ ਸਦਾ ਤੀਕ ਕਾਇਮ ਰਹਿੰਦਾ ਹੈ ਅਤੇ ਇਹ ਉਹ ਬਚਨ ਹੈ ਜਿਹਦੀ ਖੁਸ਼ਖਬਰੀ ਤੁਹਾਨੂੰ ਸੁਣਾਈ ਗਈ ਸੀ। 곧 이 말씀이라고 했습니다. ਬਾਈਬਲ ਸਾਰੇ ਲੋਕਾਂ ਬਾਰੇ ਕੀ ਕਹਿੰਦੀ ਹੈ? 뭐가 같다고 했습니까? 예. ਸਾਰੇ ਲੋਕ ਉਸ ਘਾਹ ਵਰਗੇ ਹਨ ਜੋ ਸੁੱਕ ਜਾਂਦੀ ਹੈ। 풀과 같고 ਬਾਈਬਲ ਉਹਨਾਂ ਦੀ ਮਹਿਮਾ ਦੀ ਤੁਲਨਾ ਕਿਸ ਨਾਲ ਕਰਦੀ ਹੈ?
ਉਹਨਾਂ ਦੀ ਮਹਿਮਾ ਉਹਨਾਂ ਫੁੱਲਾਂ ਵਰਗੀ ਹੈ ਜੋ ਥੋੜੇ ਚਿਰ ਲਈ ਖਿੜਦੇ ਹਨ ਅਤੇ ਫਿਰ ਝੜ ਜਾਂਦੇ ਹਨ। ਕੀ ਇਹ ਚੀਜ਼ਾਂ ਲੰਬੇ ਸਮੇਂ ਤੱਕ ਰਹਿੰਦੀਆਂ ਹਨ? ਨਹੀਂ। ਕੀ ਇਹ ਅਲੰਕਾਰਿਕ ਤੌਰ ਤੇ ਨਹੀਂ ਸਮਝਾਉਂਦੀ ਕਿ ਉਹ ਸਦਾ ਲਈ ਨਹੀਂ ਰਹਿ ਸਕਦੇ? ਸਾਨੂੰ ਇਸ ਅਸਥਾਈ ਜੀਵਨ ਲਈ ਤਰਸਣਾ ਨਹੀਂ ਚਾਹੀਦਾ, ਸਗੋਂ ਸਦੀਪਕ ਸੰਸਾਰ ਦਾ ਪਿੱਛਾ ਕਰਨਾ ਚਾਹੀਦਾ ਹੈ। ਹਾਲਾਂਕਿ ਲਾਜ਼ਰ ਨੇ ਇਸ ਧਰਤੀ ਉੱਤੇ ਇੱਕ ਮੁਸ਼ਕਿਲ ਜੀਵਨ ਬਤੀਤ ਕੀਤਾ, ਪਰ ਜਦੋਂ ਉਸਨੇ ਸਦੀਪਕ ਸੰਸਾਰ ਵਿੱਚ ਪ੍ਰਵੇਸ਼ ਕੀਤਾ ਤਾਂ ਇੱਕ ਪੂਰੀ ਤਰ੍ਹਾਂ ਵੱਖਰੀ ਜ਼ਿੰਦਗੀ ਖੁੱਲ੍ਹ ਗਈ। ਉਸ ਨੂੰ ਪਰਮੇਸ਼ਵਰ ਦੀਆਂ ਬਾਹਾਂ ਵਿੱਚ ਲੈ ਲਿਆ ਗਿਆ ਅਤੇ ਸਵਰਗ ਦੇ ਸ਼ਾਨਦਾਰ ਰਾਜ ਵਿੱਚ ਹਮੇਸ਼ਾ ਲਈ ਦਿਲਾਸਾ ਦਿੱਤਾ ਗਿਆ। 이와 같은 그 삶이 그 순간부터 영원히 이제 열리게 되는 것입니다. ਜਦੋਂ ਇਸ ਧਰਤੀ ਤੇ ਜੀਵਨ ਦਾ ਅੰਤ ਹੋਵੇਗਾ ਤਾਂ ਯਾਤਰੀਆਂ ਦੇ ਰੂਪ ਵਿੱਚ ਕਿਰਪਾਪੂਰਨ ਰੂਪ ਨਾਲ ਜਿਉਣ ਵਾਲੇ ਨੂੰ ਸਦੀਪਕ ਖੁਸ਼ੀ ਪ੍ਰਾਪਤ ਹੋਵੇਗੀ, ਜਦ ਕਿ ਜਿਨ੍ਹਾਂ ਨੇ ਅਜਿਹਾ ਨਹੀਂ ਕੀਤਾ ਉਹਨਾਂ ਨੂੰ ਦੁੱਖ ਦੇ ਸਮੇਂ ਦਾ ਸਾਹਮਣਾ ਕਰਨਾ ਪਵੇਗਾ। ਉਸ ਬਿੰਦੂ ਤੋਂ ਸਦੀਪਕ ਕਾਲ ਦਾ ਸਮਾਂ ਸ਼ੁਰੂ ਹੋਵੇਗਾ। ਸਾਨੂੰ ਕਿਸ ਕਿਸਮ ਦਾ ਜੀਵਨ ਦਿੱਤਾ ਜਾਵੇਗਾ, ਸਦੀਪਕ ਦੁੱਖ ਜਾਂ ਸਦੀਪਕ ਖੁਸ਼ੀ ਦਾ? ਇਹ ਸਾਡੇ ਜੀਵਨ ਕਾਲ ਦੌਰਾਨ ਨਿਰਧਾਰਤ ਕੀਤਾ ਜਾਂਦਾ ਹੈ। ਕੀ ਇਸੇ ਕਾਰਨ ਪਰਮੇਸ਼ਵਰ ਲਗਾਤਾਰ ਬਾਈਬਲ ਰਾਹੀਂ ਸਾਨੂੰ ਇਸ ਧਰਤੀ ਤੇ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਅਨੁਸਾਰ ਜਿਉਣ ਦੀ ਤਾਕੀਦ ਨਹੀਂ ਕਰਦੇ? ਸਾਨੂੰ ਇਸ ਕਾਰਨ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜਿਉਣਾ ਚਾਹੀਦਾ ਹੈ ਕਿਉਂਕਿ ਭਵਿੱਖ ਸਦੀਪਕ ਕਾਲ ਦਾ ਸਮਾਂ ਹੋਵੇਗਾ। ਪਹਿਲੇ ਚਰਚ ਦੇ ਸੰਤਾਂ ਨੇ ਇਸ ਉੱਤੇ ਪੱਕਾ ਵਿਸ਼ਵਾਸ ਕੀਤਾ। ਇਸ ਲਈ ਸਦੀਪਕ ਕਾਲ ਦੇ ਸਮੇਂ ਵੱਲ ਦੇਖਦੇ ਹੋਏ ਉਹਨਾਂ ਕੋਲ ਸਾਰੇ ਜ਼ੁਲਮਾਂ, ਕਠਿਨਾਈਆਂ ਅਤੇ ਮੁਸੀਬਤਾਂ ਦੇ ਬਾਵਜੂਦ ਕਠਿਨਾਈਆਂ ਅਤੇ ਰੁਕਾਵਟਾਂ ਤੇ ਜਿੱਤ ਪਾਉਣ ਦਾ ਵਿਸ਼ਵਾਸ ਸੀ। ਆਓ ਅਸੀਂ 2 ਕੁਰਿੰਥੀਆਂ ਦੀ ਕਿਤਾਬ ਅਧਿਆਇ 4 ਉੱਤੇ ਇੱਕ ਨਜ਼ਰ ਪਾਈਏ। 2 ਕੁਰਿੰਥੀਆਂ ਅਧਿਆਇ 4 ਵਚਨ 16 ਵਿੱਚ ਲਿਖਿਆ ਹੈ, ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਛਿਨ ਭਰਦਾ ਹੀ ਹੈ ਭਾਰੀ, ਸਗੋਂ ਅਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਅਸੀਂ ਦਿਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਣਡਿੱਠ ਵਸਤਾਂ ਨਾਲ ਧਿਆਨ ਕਰਦੇ ਹਾਂ। ਦੂਜੇ ਸ਼ਬਦਾਂ ਵਿੱਚ ਅਸੀਂ ਆਸ ਅਤੇ ਇੱਛਾ ਰੱਖਦੇ ਹਾਂ, ਕਿਉਂ ਜੋ ਦਿਸਣ ਵਾਲੀਆਂ ਵਸਤਾਂ ਅਨਿੱਤ ਹਨ ਪਰ ਅਣਡਿੱਠ ਵਸਤਾਂ ਨਿੱਤ ਹਨ। ਭਾਵੇਂ ਅਸੀਂ ਸਵਰਗ ਦੇ ਰਾਜ ਨੂੰ ਆਪਣੀਆਂ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ, ਪਰ ਉਸ ਦੀ ਮੌਜੂਦਗੀ ਹੈ। ਇਸ ਲਈ ਸਾਡਾ ਟੀਚਾ ਇਸ ਸਦੀਪਕ ਸਵਰਗੀ ਰਾਜ ਵਿੱਚ ਪ੍ਰਵੇਸ਼ ਕਰਨਾ ਹੋਣਾ ਚਾਹੀਦਾ ਹੈ। ਸਾਨੂੰ ਇਸ ਧਰਤੀ ਤੇ ਅਸਥਾਈ ਆਰਾਮ ਅਤੇ ਸੁੱਖਾਂ ਲਈ ਤਰਸਣਾ ਨਹੀਂ ਚਾਹੀਦਾ। 2 ਕੁਰਿੰਥੀਆਂ ਰਾਹੀਂ ਰਸੂਲ ਪੌਲੁਸ ਪੱਕਾ ਸਾਨੂੰ ਇਸ ਦੀ ਯਾਦ ਦਿਵਾਉਂਦਾ ਹੈ। ਆਓ ਅਸੀਂ ਰੋਮੀਆਂ ਦੀ ਕਿਤਾਬ ਦੇ ਅਧਿਆਇ 8 ਉੱਤੇ ਜਾਈਏ। ਆਓ ਅਸੀਂ ਰੋਮੀਆਂ ਅਧਿਆਇ 8 ਵਚਨ 18 ਦੇਖੀਏ। ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਕੀ ਹੈ? ਉਹ ਉਸ ਪ੍ਰਤਾਪ ਨਾਲ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਯੋਗ ਨਹੀਂ। ਦੂਜੇ ਸ਼ਬਦਾਂ ਵਿੱਚ ਉਹ ਤੁਲਨਾ ਤੋਂ ਬਾਹਰ ਹੈ। ਸਾਰੇ ਲੋਕੋ, ਅਸੀਂ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਾਂ ਕਿਉਂਕਿ ਇਹ ਸੰਸਾਰ ਜੋ ਤੁਲਨਾ ਤੋਂ ਪਰੇ ਹੈ ਸਾਨੂੰ ਦਿੱਤਾ ਜਾਵੇਗਾ। ਇਹ ਸ਼ਾਨਦਾਰ ਸੰਸਾਰ ਸਾਨੂੰ ਵਿਰਾਸਤ ਦੇ ਰੂਪ ਦੇਣ ਦਾ ਪਰਮੇਸ਼ਵਰ ਦਾ ਵਾਅਦਾ ਸਾਨੂੰ ਪ੍ਰਾਪਤ ਹੋਇਆ ਹੈ। ਕੀ ਇਸ ਲਈ ਅਸੀਂ ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਕਰਦੇ? ਸਾਨੂੰ ਹਮੇਸ਼ਾ ਇਹ ਸੋਚਦੇ ਹੋਏ ਆਪਣੇ ਆਪ ਤੇ ਵਿਚਾਰ ਕਰਨਾ ਚਾਹੀਦਾ ਹੈ, ਅੱਜ ਮੈਂ ਆਪਣਾ ਜੀਵਨ ਕਿਵੇਂ ਜੀ ਰਿਹਾ ਹਾਂ? ਕੀ ਮੇਰਾ ਜੀਵਨ ਪਰਮੇਸ਼ਵਰ ਨੂੰ ਮਹਿਮਾ ਅਤੇ ਆਨੰਦ ਦਿੰਦਾ ਹੈ? ਇਸ ਕਰਕੇ ਸਾਨੂੰ ਇਸ ਧਰਤੀ ਤੇ ਇੱਕ ਯਾਤਰੀ ਦੇ ਰੂਪ ਵਿੱਚ ਜਿਉਣਾ ਚਾਹੀਦਾ ਹੈ, ਨਾ ਕਿ ਭਟਕਣ ਵਾਲੇ ਵਾਂਗ। ਯਾਤਰੀ ਕੋਲ ਵਾਪਸ ਜਾਣ ਲਈ ਇੱਕ ਮੰਜ਼ਿਲ ਹੁੰਦੀ ਹੈ। ਉਹ ਆਪਣੀ ਮੰਜ਼ਿਲ ਤੇ ਜਾਣ ਲਈ ਦ੍ਰਿੜ ਹੁੰਦੇ ਹਨ। ਉਹਨਾਂ ਕੋਲ ਇੱਕ ਟੀਚਾ ਹੁੰਦਾ ਹੈ। ਉਹ ਸੋਚਦੇ ਹਨ, ਇੱਕ ਵਾਰ ਜਦੋਂ ਇਹ ਰਾਤ ਬੀਤ ਜਾਵੇਗੀ ਤਾਂ ਮੈਂ ਜਲਦੀ ਹੀ ਆਪਣੇ ਦੇਸ਼ ਵਾਪਸ ਆ ਜਾਵਾਂਗਾ। ਇਸ ਤਰ੍ਹਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਹਾਲਾਂਕਿ ਬੈੱਡ ਅਸਹਿਜ ਹੈ ਅਤੇ ਜਿਸ ਕਮਰੇ ਵਿੱਚ ਮੈਂ ਰਹਿ ਰਿਹਾ ਹਾਂ ਉਸ ਦਾ ਵਾਲਪੇਪਰ ਗੰਦਾ ਹੈ ਅਤੇ ਮੇਰੀ ਪਸੰਦ ਅਨੁਸਾਰ ਨਹੀਂ ਹੈ। ਜਦੋਂ ਤੁਸੀਂ ਯਾਤਰਾ ਕਰਦੇ ਹੋ ਤਾਂ ਤੁਸੀਂ ਕੁਝ ਦਿਨਾਂ ਲਈ ਇੱਕ ਹੋਟਲ ਵਿੱਚ ਰਹਿੰਦੇ ਹੋ।
ਸਾਰੇ ਲੋਕੋ, ਜੇਕਰ ਹੋਟਲ ਵਿੱਚ ਇੱਕ ਵਾਲਪੇਪਰ ਹੈ ਜੋ ਤੁਹਾਨੂੰ ਪਸੰਦ ਨਹੀਂ ਹੈ, ਤਾਂ ਕੀ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ? ਕਿਉਂਕਿ ਤੁਸੀਂ 2 ਜਾਂ 3 ਦਿਨਾਂ ਵਿੱਚ ਘਰ ਵਾਪਸ ਚਲੇ ਜਾਓਗੇ, ਇਸ ਲਈ ਤੁਹਾਨੂੰ ਇਸ ਦੀ ਪਰਵਾਹ ਨਹੀਂ ਹੁੰਦੀ ਹੈ। ਸਾਨੂੰ ਇਸ ਰਵੱਈਏ ਨਾਲ ਅੱਜ ਆਪਣੇ ਜੀਵਨ ਤੇ ਮੁੜ ਵਿਚਾਰ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ। ਇਸ ਕਰਕੇ, ਜਿਵੇਂ ਰੋਮੀਆਂ ਅਧਿਆਇ 8 ਸਾਨੂੰ ਸਿਖਾਉਂਦਾ ਹੈ, ਸਾਨੂੰ ਆਪਣੀ ਉਮੀਦ ਕਿੱਥੇ ਰੱਖਣੀ ਚਾਹੀਦੀ ਹੈ। ਇਹ ਲਿਖਿਆ ਹੈ ਕਿ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਯੋਗ ਨਹੀਂ। ਪਰਮੇਸ਼ਵਰ ਨੇ ਸਾਨੂੰ ਆਪਣੇ ਵਾਰਿਸਾਂ ਦੇ ਰੂਪ ਨਾਮਜ਼ਦ ਕੀਤਾ ਅਤੇ ਕਿਹਾ, ਹੁਣ ਤੁਸੀਂ ਬਸ ਵਾਪਸ ਆਉਣਾ ਹੈ। ਸਾਨੂੰ ਸੰਸਾਰ ਵਿੱਚ ਜਾਣਾ ਚਾਹੀਦਾ ਹੈ ਜਿੱਥੇ ਪਰਮੇਸ਼ਵਰ ਵਾਅਦਾ ਕਰਦੇ ਹਨ, ਮੈਂ ਤੁਹਾਡੇ ਉੱਤੇ ਸਭ ਕੁਝ ਬਰਸਾਵਾਂਗਾ। ਆਓ ਅਸੀਂ ਵਚਨ 16 ਪੜ੍ਹੀਏ। ਰੋਮੀਆਂ ਅਧਿਆਇ 8 ਵਚਨ 16। ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ਵਰ ਦੇ ਬਾਲਕ ਹਾਂ। ਅਤੇ ਜੇ ਬਾਲਕ ਹਾਂ ਤਾਂ ਅਧਿਕਾਰੀ ਵੀ ਹਾਂ, ਪਰਮੇਸ਼ਵਰ ਦੇ ਅਧਿਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ। ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਝੱਲੀਏ ਭਈ ਉਹਦੇ ਨਾਲ ਅਸੀਂ ਵਡਿਆਏ ਜਾਈਏ। ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਯੋਗ ਨਹੀਂ। ਸਾਨੂੰ ਸੋਚਣਾ ਚਾਹੀਦਾ ਹੈ, ਦੁੱਖ ਸਾਨੂੰ ਕਦੇ ਨਹੀਂ ਰੋਕ ਸਕਦਾ। ਅਸੀਂ ਆਪਣੇ ਮੌਜੂਦਾ ਦੁੱਖਾਂ ਕਾਰਨ ਕਦੇ ਵੀ ਨਿਰਾਸ਼ ਨਹੀਂ ਹੋਵਾਂਗੇ। ਉਸ ਵਡਿਆਈ ਦੀ ਤੁਲਨਾ ਜੋ ਸਾਡੇ ਤੇ ਪ੍ਰਗਟ ਹੋਵੇਗੀ, ਸਾਡੇ ਵਰਤਮਾਨ ਦੁੱਖ, ਮੁਸ਼ਕਿਲਾਂ, ਸਮੱਸਿਆਵਾਂ ਅਤੇ ਰੁਕਾਵਟਾਂ ਕੁਝ ਵੀ ਨਹੀਂ ਹੈ। ਇਹ ਚੀਜ਼ਾਂ ਸਾਡੇ ਕਦਮਾਂ ਨੂੰ ਕਦੇ ਨਹੀਂ ਰੋਕ ਸਕਦੀਆਂ। ਸਾਰੇ ਲੋਕੋ, ਇੱਕ ਯਾਤਰੀ ਅਤੇ ਇੱਕ ਭਟਕਣ ਵਾਲੇ ਵਿੱਚ ਫਰਕ ਹੁੰਦਾ ਹੈ। ਇੱਕ ਭਟਕਣ ਵਾਲੇ ਕੋਲ ਕੋਈ ਦੇਸ਼ ਨਹੀਂ ਹੁੰਦਾ ਹੈ ਜਿੱਥੇ ਉਹ ਵਾਪਸ ਜਾਣਾ ਚਾਹੁੰਦੇ ਹਨ, ਕਿਉਂਕਿ ਉਹਨਾਂ ਕੋਲ ਵਾਪਸ ਜਾਣ ਲਈ ਆਪਣਾ ਦੇਸ਼ ਨਹੀਂ ਹੁੰਦਾ ਹੈ। ਇਸ ਲਈ ਉਹ ਵਰਤਮਾਨ ਤੇ ਧਿਆਨ ਕੇਂਦਰਿਤ ਕਰਦੇ ਹਨ। ਉਹਨਾਂ ਨੂੰ ਇਹ ਯਕੀਨ ਨਹੀਂ ਹੁੰਦਾ ਕਿ ਉਹ ਹਰ ਦਿਨ ਕਿੱਥੇ ਅਤੇ ਕਿਵੇਂ ਬਿਤਾਉਣਗੇ। ਹਾਲਾਂਕਿ ਇੱਕ ਯਾਤਰੀ ਦੀ ਜ਼ਿੰਦਗੀ ਵੱਖਰੀ ਹੁੰਦੀ ਹੈ। ਜੇਕਰ ਅੱਜ ਦਾ ਦਿਨ ਥੋੜਾ ਨਿਰਾਸ਼ ਕਰਨ ਵਾਲਾ ਅਤੇ ਅਸੰਤੁਸ਼ਟ ਹੋਵੇ, ਪਰ ਉਹ ਬੋਝ ਮਹਿਸੂਸ ਨਹੀਂ ਕਰਦੇ ਕਿਉਂਕਿ ਉਹਨਾਂ ਕੋਲ ਇਸ ਗੱਲ ਦੀ ਵੱਡੀ ਆਸ ਹੁੰਦੀ ਹੈ ਕਿ ਉਹਨਾਂ ਦੇ ਘਰ ਪਰਤਣ ਤੇ ਇਹ ਸਾਰੇ ਮਸਲਿਆਂ ਦਾ ਹੱਲ ਹੋ ਜਾਵੇਗਾ। ਇਸ ਕਾਰਨ ਉਹ ਅੱਜ ਦੇ ਸਮੇਂ ਵਿੱਚ ਰੁੱਝੇ ਨਹੀਂ ਹੁੰਦੇ ਹਨ। ਸਾਰੇ ਲੋਕੋ, ਕੀ ਸਾਨੂੰ ਬਾਈਬਲ ਰਾਹੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਦੇ ਕਾਰਨਾਂ ਦੀ ਭਾਲ ਨਹੀਂ ਕਰਨੀ ਚਾਹੀਦੀ? ਆਓ ਅਸੀਂ ਇਬਰਾਨੀਆਂ ਦੀ ਕਿਤਾਬ ਅਧਿਆਇ 11 ਉੱਤੇ ਜਾਈਏ। ਇਬਰਾਨੀਆਂ ਅਧਿਆਇ 11 ਵਚਨ 13। ਇਹ ਸਭੇ ਨਿਚਾ ਵਿੱਚ ਮਰ ਗਏ ਅਤੇ ਉਹਨਾਂ ਨੂੰ ਦਿੱਤੇ ਹੋਏ ਬਚਨ ਪ੍ਰਾਪਤ ਨਾ ਹੋਏ, ਪਰ ਉਹ ਦੂਰੋਂ ਉਹਨਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ, ਉਹਨਾਂ ਨੇ ਇਸ ਧਰਤੀ ਉੱਤੇ ਆਪਣੀ ਸਥਿਤੀ ਦਾ ਵਰਣਨ ਕਿਵੇਂ ਕੀਤਾ? ਓਪਰੇ ਅਤੇ ਪਰਦੇਸੀ ਹਾਂ। ਇੱਥੇ ਇਹ ਸਭ ਕੌਣ ਹਨ? ਜੇ ਅਸੀਂ ਉੱਪਰ ਤੋਂ ਪੜ੍ਹੀਏ ਤਾਂ ਉਹ ਵਚਨ 11 ਵਿੱਚ ਸਾਰਾ ਨੂੰ, ਵਚਨ 8 ਵਿੱਚ ਅਬਰਾਹਾਮ, ਵਚਨ 7 ਵਿੱਚ ਨੂਹ ਨੂੰ ਅਤੇ ਵਚਨ 4 ਵਿੱਚ ਹਾਬਲ ਨੂੰ ਦਰਸਾਉਂਦੇ ਹਨ। ਇਹ ਵਿਸ਼ਵਾਸ ਦੇ ਬਹੁਤ ਸਾਰੇ ਪੂਰਵਜਾਂ ਦਾ ਜੀਵਨ ਹੈ। ਇਹਨਾਂ ਸਾਰਿਆਂ ਲੋਕਾਂ ਨੇ ਜੋ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਸੀ, ਸਵੀਕਾਰ ਕੀਤਾ ਕਿ ਅਸੀਂ ਇਸ ਧਰਤੀ ਦੇ ਯਾਤਰੀ ਹਾਂ। ਕਿਸੇ ਦਿਨ ਅਸੀਂ ਆਪਣੇ ਦੇਸ਼ ਵਾਪਸ ਜਾਵਾਂਗੇ। ਸਾਰੇ ਲੋਕੋ, ਇਸ ਕਰਕੇ ਉਹਨਾਂ ਨੇ ਆਪਣੀ ਉਮੀਦ ਕਿੱਥੇ ਰੱਖੀ? ਉਹਨਾਂ ਨੇ ਆਪਣੀ ਆਸ ਸਦੀਪਕ ਰਾਜ ਵਿੱਚ ਰੱਖੀ। ਉਹ ਅੱਜ ਦੇ ਸਮੇਂ ਨਾਲ ਘਿਰੇ ਨਹੀਂ ਸੀ। 1 ਥਸਲੋਨੀਕੀਆਂ ਅਧਿਆਇ 5 ਦੇ ਅਨੁਸਾਰ ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ, ਲਗਾਤਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਹਰ ਹਾਲਤ ਵਿੱਚ ਧੰਨਵਾਦ ਕਰਨਾ ਚਾਹੀਦਾ ਹੈ। ਅਜਿਹਾ ਕਰਦੇ ਹੋਏ ਸਾਨੂੰ ਮਾਣ ਕਰਨਾ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਵਿੱਚ ਹਾਂ ਅਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਅਸੀਂ ਮੁਕਤੀ ਪ੍ਰਾਪਤ ਕੀਤੀ ਹੈ। ਸਾਨੂੰ ਦੁਨੀਆ ਭਰ ਦੇ ਸਾਰੇ ਲੋਕਾਂ ਦੇ ਸਾਹਮਣੇ ਮਾਣ ਕਰਨਾ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਹਾਂ। ਕੀ ਸਾਨੂੰ ਅਜਿਹਾ ਵਿਸ਼ਵਾਸ ਦਾ ਜੀਵਨ ਨਹੀਂ ਜੀਣਾ ਚਾਹੀਦਾ? ਸਿਕੰਦਰ ਮਹਾਨ ਨੇ 33 ਸਾਲ ਦੀ ਛੋਟੀ ਉਮਰ ਵਿੱਚ ਆਪਣੀ ਆਖਰੀ ਇੱਛਾ ਛੱਡੀ ਸੀ।
ਤਿੰਨ ਮਹਾਂਦੀਪਾਂ ਏਸ਼ੀਆ, ਅਫਰੀਕਾ ਅਤੇ ਯੂਰਪ ਉੱਤੇ ਜਿੱਤਣ ਵਾਲੇ ਇੱਕ ਕਮਾਲ ਦੇ ਜੇਤੂ ਦੇ ਰੂਪ ਵਿੱਚ 대단한 정복자 ਲੋਕਾਂ ਨੂੰ ਉਸ ਦੀ ਇੱਛਾ ਬਾਰੇ ਬਹੁਤ ਉੱਚੀਆਂ ਉਮੀਦਾਂ ਸੀ। 사람들은 기대를 했습니다. ਲੋਕਾਂ ਨੇ ਮੰਨ ਲਿਆ ਸੀ ਕਿ ਉਹ ਇੱਕ ਸ਼ਾਨਦਾਰ ਆਖਰੀ ਇੱਛਾ ਛੱਡੇਗਾ। ਫਿਰ ਵੀ ਉਸਨੇ ਇੱਕ ਹੈਰਾਨੀਜਨਕ ਸਧਾਰਨ ਸੰਦੇਸ਼ ਛੱਡਿਆ। 생각을 했는데 아주 단순한 한마디를 남겼습니다. ਜਦੋਂ ਮੈਂ ਮਰਦਾ ਹਾਂ ਤਾਂ ਕਿਰਪਾ ਕਰਕੇ ਮੇਰੇ ਇੱਕ ਹੱਥ ਨੂੰ ਤਾਬੂਤ ਵਿੱਚੋਂ ਬਾਹਰ ਰਹਿਣ ਦਿਓ। 밖으로 ਇਹ ਉਸ ਦੀ ਆਖਰੀ ਬੇਨਤੀ ਸੀ। 해달라고 하는 그것이 유언이었습니다. ਸਾਰੇ ਹੈਰਾਨ ਸੀ। 모든 사람들이 굉장히 의아해했습니다. ਦੇਸ਼ ਜਾਂ ਉਸ ਦੇ ਉੱਤਰਾਧਿਕਾਰੀ ਲਈ ਮਹਾਨ ਯੋਜਨਾਵਾਂ ਬਾਰੇ ਗੱਲ ਕਰਨ ਦੇ ਬਜਾਏ ਉਸਨੇ ਇਹ ਅਜੀਬ ਬੇਨਤੀ ਕੀਤੀ। 그 왜 그러냐고 하니까 ਜਦੋਂ ਲੋਕਾਂ ਨੇ ਉਸ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਦੂਜਿਆਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਉਸ ਵਰਗਾ ਵੀਰ ਜੇਤੂ ਵੀ ਇਸ ਧਰਤੀ ਤੇ ਖਾਲੀ ਹੱਥ ਆਇਆ ਅਤੇ ਉਸ ਨੂੰ ਖਾਲੀ ਹੱਥ ਜਾਣਾ 할 ਪਿਆ। 수밖에 없다는 것을 많은 사람들에게 알리고 싶어서 그렇다는 것입니다. ਸਾਰੇ ਲੋਕੋ, ਇਸ ਸੰਸਾਰ ਵਿੱਚ ਜੀਵਨ ਅਜਿਹਾ ਹੈ। 그런데 ਹਾਲਾਂਕਿ 우리가 ਬਹੁਤ ਸਾਰੇ 신비에 ਲੋਕ ਇੱਕ 홀려서 ਮਿਰਾਜ ਦੁਆਰਾ ਮੋਹਿਤ ਹੋ ਜਾਂਦੇ ਹਨ ਅਤੇ ਮੂਰਖਤਾ ਕਰਦੇ ਹਨ, ਜਿਵੇਂ ਕਿ ਸਵਰਗੀ ਘਰ ਦੀ ਅਣਦੇਖੀ ਕਰਨਾ ਅਤੇ ਅਜਿਹੇ ਕੰਮ ਕਰਨਾ ਜੋ ਉਹਨਾਂ ਨੂੰ ਨਰਕ ਵਿੱਚ ਲੈ ਜਾਣਗੇ। 어리석은 많은 사람들이 있습니다. 그 ਫਿਰ ਵੀ 사람들을 ਪਰਮੇਸ਼ਵਰ ਨੂੰ 하나님께서 ਇਹਨਾਂ ਲੋਕਾਂ ਉੱਤੇ ਦਇਆ ਆਈ। 오늘날 우리에게 ਉਹਨਾਂ ਨੇ ਸਾਨੂੰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦਾ ਰਸਤਾ ਸਿਖਾਇਆ ਅਤੇ ਸਾਨੂੰ ਨਿਰਦੇਸ਼ ਦਿੱਤਾ ਕਿ ਜੋ ਲੋਕ ਨਹੀਂ ਜਾਣਦੇ ਉਹਨਾਂ ਨੂੰ ਇਸ ਖਬਰ ਦਾ ਪ੍ਰਚਾਰ ਕਰੇ। 말씀을 다 전하고 ਕੀ ਇਹ ਸਾਡੇ ਲਈ ਪਰਮੇਸ਼ਵਰ ਦੀ ਮਰਜ਼ੀ ਨਹੀਂ ਹੈ? 우리 하나님의 뜻 아니겠습니까? ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਇੱਕ ਹੋਰ ਵਚਨ ਦੇਖੀਏ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17। ਆਤਮਾ ਅਤੇ ਲਾੜੀ ਆਖਦੀ ਹੈ, ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ। 생명수를 받으라 하시더라. ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ। ਜੇ ਕੋਈ ਇਹਨਾਂ ਵਿੱਚ ਕੁਝ ਵਧਾਵੇ ਤਾਂ ਉਹ ਬਵਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਸ ਉੱਤੇ ਵਧਾਵੇਗਾ, ਅਤੇ ਜੋ ਕੋਈ ਇਸ ਅਗਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਹਦਾ ਹਿੱਸਾ ਘਟਾਵੇਗਾ। ਜਦੋਂ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਹਾਂ ਤਾਂ ਕੀ ਅਸੀਂ ਆਪਣੇ ਦੇਸ਼ ਵਾਪਸ ਨਹੀਂ ਜਾ ਸਕਾਂਗੇ? ਅਸੀਂ ਸਵਰਗ ਦੇ ਰਾਜ ਨੂੰ ਦੁਬਾਰਾ ਸਥਾਪਿਤ ਕਰਾਂਗੇ ਅਤੇ ਪਾਪਾਂ ਦੀ ਮਾਫੀ ਰਾਹੀਂ ਮੁਕਤੀ ਪ੍ਰਾਪਤ ਕਰਾਂਗੇ। ਅਸੀਂ ਸਵਰਗ ਵਿੱਚ ਸ਼ਾਹੀ ਜਾਜਕ ਬਣਾਂਗੇ ਜਿੱਥੇ ਕੋਈ ਮੌਤ, ਦਰਦ ਜਾਂ ਦੁੱਖ ਨਹੀਂ ਹੋਵੇਗਾ। ਉੱਥੇ ਕੇਵਲ ਸਦੀਪਕ ਖੁਸ਼ੀ ਜਾਰੀ ਰਹਿੰਦੀ ਹੈ। ਪਰਮੇਸ਼ਵਰ ਸਾਨੂੰ ਵਿਰਾਸਤ ਵਿੱਚ ਅਜਿਹੀ ਦੁਨੀਆ ਦੇਣਗੇ। 그 세계를 우리에게 물려주시겠다고 했습니다. ਉਸ ਸੰਸਾਰ ਵਿੱਚ ਪ੍ਰਵੇਸ਼ ਕਰਨ ਲਈ ਕੀ ਅਸੀਂ ਇਸ ਸਮੇਂ ਮਸੀਹ ਦੀਆਂ ਸਿੱਖਿਆਵਾਂ ਦੀ ਪਾਲਣਾ ਨਹੀਂ ਕਰ ਰਹੇ ਹਾਂ? ਹੁਣ ਸਾਨੂੰ ਅਣਗਿਣਤ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ ਜੋ ਅਜਿਹੀ ਦੁਨੀਆ ਜਾਂ ਜੀਵਨ ਦੇ ਮਕਸਦ ਬਾਰੇ ਨਹੀਂ ਜਾਣਦੇ। ਇਹੀ ਕਾਰਨ ਹੈ ਕਿ ਅਸੀਂ ਇਸ ਸਾਲ ਵਿਸ਼ਵ ਪ੍ਰਚਾਰ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ। ਸਾਨੂੰ ਸਾਰੀ ਮਨੁੱਖ ਜਾਤੀ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਮੇਰੇ ਕੋਲ ਜਾਣ ਲਈ ਇੱਕ ਜਗ੍ਹਾ ਹੈ। ਮੇਰਾ ਘਰ ਸਵਰਗ ਦਾ ਰਾਜ ਹੈ। ਮੇਰੇ ਪਿਤਾ ਪਰਮੇਸ਼ਵਰ ਅਨਸਾਂਗ ਹੋਂਗ ਜੀ ਹਨ ਅਤੇ ਮੇਰੀ ਮਾਂ ਨਵੀਂ ਯਰੂਸ਼ਲਮ ਸਵਰਗੀ ਮਾਤਾ ਹੈ। ਮੇਰੇ ਸੱਚੇ ਪਰਿਵਾਰ ਦੇ ਮੈਂਬਰ ਸੀਯੋਨ ਵਿੱਚ ਹਨ। ਸਾਨੂੰ ਲਗਨ ਨਾਲ ਲੋਕਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਸਾਰੇ ਇਸ ਨੂੰ ਮਹਿਸੂਸ ਕਰ ਸਕਣ। ਸਾਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਸਾਡਾ ਜੀਵਨ 70 ਜਾਂ 80 ਸਾਲਾਂ ਬਾਅਦ ਖਤਮ ਨਹੀਂ ਹੁੰਦਾ। ਸਦੀਪਕ ਜੀਵਨ ਦੀ ਸੰਸਾਰ ਵਿੱਚ ਸਾਡੀ ਅਗਵਾਈ ਕਰਨ ਲਈ ਪਰਮੇਸ਼ਵਰ ਨੇ ਸਾਨੂੰ ਪਸਾਹ, ਨਵਾਂ ਨੇਮ ਅਤੇ 3 ਵਾਰ ਵਿੱਚ 7 ਪਰਬਾਂ ਬਾਰੇ ਸਿਖਾਇਆ ਹੈ। ਉਹ ਸੀਯੋਨ ਵਿੱਚ ਸਾਡੀ ਉਡੀਕ ਕਰ ਰਹੇ ਹਨ। ਕੀ ਸਾਨੂੰ ਇਸ ਤਰੀਕੇ ਨਾਲ ਦੂਜਿਆਂ ਦੀ ਅਗਵਾਈ ਨਹੀਂ ਕਰਨੀ ਚਾਹੀਦੀ? ਅਸੀਂ ਭਟਕਣ ਵਾਲੇ ਨਹੀਂ ਹਾਂ। ਸਾਨੂੰ ਪਤਾ ਹੈ ਕਿ ਅਸੀਂ ਕਿੱਥੇ ਜਾ ਰਹੇ ਹਾਂ। ਅਸੀਂ ਇਸ ਧਰਤੀ ਤੇ ਦੌਰਾ ਕਰਨ ਵਾਲੇ ਯਾਤਰੀ ਹਾਂ। ਇਸ ਉਹ ਗੱਲ ਹੈ ਜੋ ਇਸ ਧਰਤੀ ਤੇ ਰਹਿਣ ਵਾਲੇ ਵਿਸ਼ਵਾਸੀਆਂ ਨੇ ਕਹੀਆ ਸੀ। ਵਿਸ਼ਵਾਸ ਦੇ ਇੱਕ ਵੀ ਪੂਰਵਜ ਨੇ ਇਹ ਨਹੀਂ ਕਿਹਾ, ਇਹ ਧਰਤੀ ਮੇਰਾ ਸਦੀਪਕ ਨਿਵਾਸ ਸਥਾਨ ਹੈ। ਮੈਂ ਇੱਥੇ ਸਦਾ ਲਈ ਰਹਾਂਗਾ। ਕੀ ਇਹ ਨਹੀਂ ਦਿਖਾਉਂਦਾ ਹੈ ਕਿ ਮਨੁੱਖਜਾਤੀ ਇਸ ਧਰਤੀ ਉੱਤੇ ਸਦਾ ਲਈ ਨਹੀਂ ਰਹਿ ਸਕਦੀ? ਕੀ ਸਾਰੇ ਲੋਕ ਆਖਰਕਾਰ ਇਸ ਧਰਤੀ ਨੂੰ ਨਹੀਂ ਛੱਡਣਗੇ?
ਇੱਥੋਂ ਤੱਕ ਕਿ ਪ੍ਰਸਿੱਧ ਰਾਸ਼ਟਰਪਤੀ, ਪ੍ਰਸਿੱਧ ਨਾਮਵਰ ਵਪਾਰੀ ਅਤੇ ਸਤਿਕਾਰਤ ਵਿਦਵਾਨ ਵੀ ਇਸ ਸੰਸਾਰ ਨੂੰ ਛੱਡ ਗਏ। ਜਲਦੀ ਹੀ ਅਸੀਂ ਪਿਤਾ ਅਤੇ ਮਾਤਾ ਦੀ ਮਹਿਮਾ ਦੁਆਰਾ ਇੱਕ ਪਲ ਵਿੱਚ ਬਦਲ ਜਾਵਾਂਗੇ ਅਤੇ ਆਪਣੇ ਸਵਰਗੀ ਘਰ ਵਾਪਸ ਜਾਵਾਂਗੇ। ਇਹ ਦਿਨ ਦੂਰ ਨਹੀਂ ਹੈ, ਕਿਉਂਕਿ ਸਵਰਗ ਦਾ ਰਾਜ ਬਹੁਤ ਨੇੜੇ ਹੈ। ਇਸ ਲਈ ਆਓ ਅਸੀਂ ਆਪਣੇ ਵਿਸ਼ਵਾਸ ਦੇ ਤੇਲ ਦੀ ਫਿਰ ਜਾਂਚ ਕਰੀਏ ਅਤੇ ਅੰਤ ਤੱਕ ਸਵਰਗੀ ਸੰਤਾਨਾਂ ਦੇ ਰੂਪ ਵਿੱਚ ਆਪਣਾ ਜੀਵਨ ਬਤੀਤ ਕਰੀਏ ਤਾਂ ਜੋ ਅਸੀਂ ਪਿਤਾ ਅਤੇ ਮਾਤਾ ਤੋਂ ਪ੍ਰਸ਼ੰਸਾ ਅਤੇ ਮਹਿਮਾ ਪ੍ਰਾਪਤ ਕਰ ਸਕੀਏ। ਤੁਸੀਂ ਬਹੁਤ ਵਧੀਆ ਕੀਤਾ ਹੈ। ਤੁਸੀਂ ਸ਼ਾਨਦਾਰ ਕੰਮ ਕੀਤਾ ਹੈ। ਤੁਹਾਨੂੰ ਸਾਰਿਆਂ ਨੂੰ ਤੋਬਾ ਵੱਲ ਸਾਰੀਆਂ ਆਤਮਾਵਾਂ ਦੀ ਅਗਵਾਈ ਕਰਨ ਅਤੇ ਇਕੱਠੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਕਹਿੰਦੇ ਹੋਏ ਮੈਂ ਇਸ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।